ਭੈੜੀ ਮੱਝ ਨੂੰ ਵੀ ਸਾਂਭ ਛੜੀ ਤੇ ਉਹ ਵੀ ਚੰਗੀ ਬਣ ਜਾਂਦੀ, ਬੱਚੇ ਵੀ ਰਲਣ। ਹੁਣ ਮੈਂ 5 ਲੱਖ ਦੇ ਜਾ ਵੇਚੇ ਨੇ ਐਤਕੀ ਮਾਸ਼ਾਅੱਲਾ। ਤੇ ਮੈਂ ਦਿਹਾੜੇ ਤੇ ਵੀ ਦਿੱਤੇ ਨੇ 13-14। ਠੀਕ ਹੈ। ਉਹ ਆਦਤ ਤੇ ਦਿੱਤੇ ਨੇ। 3 ਮਹੀਆਂ ਲਈਆਂ ਹਾਂ ਕਿਸ਼ਤਾਂ ਤੇ। ਅੱਛਾ। 30,000 ਦੀ ਮੱਝ ਲਈ ਸੀ ਕਿਸ਼ਤਾਂ ਤੇ। ਉਸ ਤੋਂ ਬਾਅਦ ਬਸ ਰੱਬ ਨੇ ਭਾਗ ਲਾਇਆ, ਲਈ ਗਏ ਆ ਤੇ ਪੈਸੇ ਦੇਈ ਗਏ ਆ ਤੇ ਮੈਂ 50 ਮਹੀਆਂ ਤੇ ਟੁਰ ਗਿਆ ਮਾਸ਼ਾਅੱਲਾ। ਅਗਰ ਮੇਰੇ ਕੋਲ ਕੋਈ 80-85 ਹਾਂ, ਮੈਂ ਫੁੱਟਬਾਲ ਸੀਂਦਾ ਹਾਂ ਜੀ। ਇਸ ਵੇਲੇ ਸਾਡੀ ਰੂਟੀਨ ਨੇ ਕੋਈ 20,000 ਦਾ ਦੁੱਧ ਤੇ ਜੇ 10 ਉਹ ਖਾ ਲੈਣ ਤੇ 10 ਸਾਨੂੰ ਵੱਜ ਜਾਂਦਾ। ठीक है। बिस्मिल्लाहिर्रहमानिर्रहीम। अस्सलाम वालेकुम व्यूअर्स, आप देख रहे हैं बिज़नेस इन्फो ऑफिशियल। मैं हूं बिलाल नज़ीर। आज एक और बफलो फार्मिंग के हवाले से ऐसी वीडियो लेके आया हूं जो आप सब फार्मर हजरात के लिए, नए और पुराने फार्मर्स के लिए, कारोबारी हजरात के लिए, शौकीन हजरात के लिए बहुत ही मुफीद वीडियो है। यहाँ पर सलीम साहब अपनी ज़िंदगी का तजर्बा और निचोड़ आपको बताने जा रहे हैं, तो वीडियो आखिर तक ज़रूर देखिएगा और देखिएगा कि फ़ुटबॉल का काम छोड़कर इनकी कामयाबी का सफ़र कैसा रहा और ये रोज़ाना 20,000 रुपये कैसे कमाते हैं। तो आइए इनकी कहानी इन्हीं की ज़ुबानी सुनते हैं। तो जल्दी से हमारे चैनल को सब्सक्राइब कीजिए, बेल आइकन को भी दबा दीजिए और फेसबुक के नाज़रीन हमारे पेज को फॉलो भी कीजिएगा और लाइक भी कीजिएगा। अस्सलाम वालेकुम जी। वालेकुम सलाम। चाचा जी की नाम है तुहाडा? सलीम। सलीम। चाचा सलीम जी दस्सिओ कि पिंड किहड़ा जी? ਮਲੱਪਰ। ਮਲੱਪਾ ਪਿੰਡ। ਮਲੱਪਰ ਡਾਲੂ ਵਾਲੀ ਦੇ ਮਲੱਪਾ ਨਾਲ। ਡਾਲਵਾਲੀ ਦੇ ਨਾਲ। ਹਾਂਜੀ। ਜ਼ਿਲ੍ਹਾ ਸਿਆਲਕੋਟ। ਹਾਂਜੀ ਅੱਛਾ, ਇਹ ਦੱਸਿਓ ਕਿ ਤੁਹਾਨੂੰ ਡੰਗਰਾਂ ਦਾ ਕੰਮ ਕਰਦਿਆਂ ਕਿੰਨੀ ਦੇਰ ਹੋ ਗਈ ਹੈ? ਸਰ ਜੀ 23 ਸਾਲ ਹੋਏ ਜੀ। ਮਾਸ਼ਾਅੱਲਾ 23 ਸਾਲ ਹੋ ਗਏ। ਹਾਂਜੀ ਤੇ ਕਿੰਨਿਆਂ ਤੋਂ ਸ਼ੁਰੂ ਕੀਤਾ ਹਜੇ? ਸਰ ਜੀ ਮੈਂ 3 ਮਹੀਆਂ ਲਈਆਂ ਹਾਂ ਕਿਸ਼ਤਾਂ ਤੇ। ਅੱਛਾ। 30,000 ਦੀ ਮੱਝ ਲਈ ਸੀ ਕਿਸ਼ਤਾਂ ਤੇ। ਉਸ ਤੋਂ ਬਾਅਦ ਬਸ ਰੱਬ ਨੇ ਭਾਗ ਲਾਇਆ, ਲਈ ਗਏ ਆ ਤੇ ਪੈਸੇ ਦੇਈ ਗਏ ਆ ਤੇ ਮੈਂ 50 ਮਹੀਆਂ ਤੇ ਟੁਰ ਗਿਆ। ਮਾਸ਼ਾਅੱਲਾ। ਫਿਰ 50 ਤੋਂ ਮੈਂ ਡੱਕਾ ਖਾ ਕੇ ਨਾ ਕੱਲਾ ਕਰਨ ਵਾਲਾ ਹਾਂ। ਫਿਰ ਮੈਂ ਟਰੈਕਟਰ ਲਿਆ। ਫਿਰ ਮੈਂ ਟਰੈਕਟਰ ਦਾ ਨਾਲ ਜ਼ਿਮੀਂਦਾਰਾ ਕੀਤਾ, ਠੇਕੇ ਤੇ ਪੈਲੀ ਲੈ ਕੇ ਨਾਲ ਉਹ ਵੀ ਬੰਦਾ ਰਿਹਾ। ਫਿਰ ਮੈਂ ਹੌਲੀ ਡੰਗਰ ਮੇਰੇ ਕੋਲ ਕੋਈ 80-85 ਹਾਂ। ਠੀਕ। ਹੁਣ ਆਹ ਸਾਂਭਣਾ ਹੱਥੋਂ ਘੱਟ ਕਰ ਦਿੱਤੇ ਤੇ ਲੇਕਿਨ ਇਹ ਜੇ ਉਹਨੇ ਕਰੋ ਜਿੰਨੇ ਸਾਂਭ ਲੈਣੇ ਉਂਝ ਹੈ ਮਿਹਨਤ ਮਜ਼ਦੂਰੀ ਮੇਰੇ ਜਿੰਨੀ ਕਿਸੇ ਨੇ ਕੀਤੀ। ਸਹੀ ਹੈ। ਨਾ ਦਿਨ ਵੇਖਿਆ ਨਾ ਰਾਤ ਵੇਖੀਏ ਤੇ ਤਾਂ ਤੇ ਜੇ ਆਖੀਏ ਉਹਨਾਂ ਨੂੰ ਮਸਾਂ 10 ਲੀਲੇ ਨੇ ਤੇ ਦਿਨੇ ਫਿਰ ਟੁਰ ਲਿਆ ਤੇ ਉਹਨਾਂ ਪੱਠੇ ਪਾਏ ਤੇ ਉਹ ਤੇ ਨਹੀਂ ਨਾ ਕੰਮ ਚੱਲਦਾ। ਠੀਕ ਹੈ। ਹਾਂ ਉਂਝ ਹੈ ਇਹਨਾਂ 'ਚ ਕਰੀਏ ਤੇ ਬੜਾ ਕੁਛ। ਦੂਜੀ ਗੱਲ ਹੈ ਆਹ ਜਾ ਕਦੀ ਨਹੀਂ ਵਿੱਚ ਜਾ ਆਹ ਸਾਰੇ ਸਾਂਭਣੇ ਨੇ, ਜਾ ਪਾ ਲਈਏ ਤੇ ਫਾਇਦਾ ਹੁੰਦਾ। ਕੁਛ ਹਾਂ ਦਿਹਾੜੇ ਤੇ ਅੱਧ ਤੇ ਦਿੱਤੇ ਨੇ, ਕੁਛ ਸਾਡੇ ਕੋਲ ਨੇ, ਕੁਛ ਆਹ ਕੱਟੇ ਕੁੱਟੇ ਵੇਚ ਛੱਡਨੇ ਜਵਾਨ ਹੁੰਦਾ। ਉਂਝ ਹੈ ਵੀ ਮਿਹਨਤ ਮਜ਼ਦੂਰੀ ਆਹ ਚੰਗੀ ਕੀਤੀ ਹੈ ਤੇ ਸਾਂਭ ਕਰੀਏ ਨਾ ਤੇ ਦੁੱਧ ਵੀ ਮਈਆਂ ਚੰਗਾ ਦਿੰਦੀਆਂ ਤੇ ਜੇ ਸਾਂਭੀਏ ਨਾ ਤੇ ਉਹਨਾਂ ਦੁੱਧ ਕੀ ਦੇਣਾ। 23 ਸਾਲ ਪਹਿਲੇ ਤੁਸੀਂ ਕੀ ਕਰਦੇ ਮੈਂ ਫੁੱਟਬਾਲ ਸੀਂਦਾ ਹਾਂ। ਤੁਹਾਡੇ ਦਿਲ 'ਚ ਕਿਸ ਤਰ੍ਹਾਂ ਗੱਲ ਆਈ ਕਿ ਮੈਨੂੰ ਡੰਗਰ ਰੱਖਣੇ ਚਾਹੀਦੇ? ਬਸ ਸਰ ਜੀ ਇੱਕ ਮੱਝ ਰੱਖੀ ਸੀ ਤੇ ਐਵੇਂ ਇੱਕ ਬੰਦੇ ਨੇ ਮਸ਼ਵਰਾ ਦਿੱਤਾ ਵੀ ਗੱਲ ਇਹ ਵੀ ਕਿਸ਼ਤਾਂ ਤੇ ਮਈਆਂ ਲੈ ਲਾ ਤੇ ਦੁੱਧ ਵੇਚ ਲਿਆ। ਇਹ ਫੁੱਟਬਾਲਾਂ 'ਚ ਬਣਦਾ ਕੱਖ। ਠੀਕ ਤੇ ਨਿੱਕੇ ਨਿੱਕੇ ਬੱਚੇ ਹਾਂ, ਮੈਂ ਫਿਰ ਉਹ ਲੈ ਲਈਆਂ। ਉਹਨਾਂ ਤੋਂ ਹੀ ਰੱਬ ਨੇ ਬਸ ਭਾਗ ਲਾ ਦਿੱਤਾ। ਜਿਹੜੇ ਜਾ ਨੇ ਉਹਨਾਂ ਨੂੰ ਕਿਸ ਤਰ੍ਹਾਂ ਸੰਭਾਲਦੇ ਹੋ? ਜਾਨ ਨੂੰ ਸਰ ਜੀ ਦੁੱਧ ਚੰਗਾ ਛੱਡੀਦਾ। 2 ਮਹੀਨੇ ਦੁੱਧ ਛੱਡ ਲਈ, ਬਾਅਦ 'ਚ ਵੰਡਾ ਚੰਗਾ ਪਾਈਏ ਤੇ ਫਿਰ ਸੰਭੇਗੀ। ਵੰਡੇ 'ਚ ਕੀ ਪਾਉਂਦੇ ਹੋ? ਵੰਡਾ ਅਸੀਂ ਰੋਟੀਆਂ ਪਾਉਂਦੇ ਹਾਂ ਤੇ ਖਾਲ ਵੜੇਵਿਆਂ ਦੀ ਪਾਉਂਦੇ ਹਾਂ, ਘਰਾ ਪਾਉਂਦੇ ਹਾਂ, ਕੌੜੀ ਖਾਲ ਪਾਉਂਦੇ ਹਾਂ ਤੇ ਚੋਕਰ ਪਾਉਂਦੇ। ਚਾਚਾ ਬੱਚਿਆਂ ਨੂੰ ਕਿਹੜਾ ਵੰਡਾ ਪਾਉਂਦੇ ਹੋ ਤੇ ਜਾਨਵਰਾਂ ਵੱਡਿਆਂ ਦੁੱਧ? ਬੱਚਿਆਂ ਨੂੰ ਵੀ ਅਸੀਂ ਉਹੀ ਪਾਉਣਾ, ਉਹੀ ਪਾਣਾ। ਉਹਦੇ 'ਚ ਹੀ ਪਾਉਣਾ। ਕਿਸ ਟਾਈਮ ਪਾਉਂਦੇ ਹੋ? ਕਿੰਨਾ ਸਵੇਰ ਸ਼ਾਮ ਨੂੰ ਪਾਉਂਦੇ ਹਾਂ। ਤੇ ਕਾਹਦੇ ਚ ਲਾ ਕੇ? ਬਸ ਅਸੀਂ ਧੂੜੀ ਸੁੱਟੀ ਜਾਣੀ ਹੈ ਤੇ ਉੱਤੇ ਵੰਡਾ ਸੁੱਟੀ ਜਾਣਾ, ਉਹਨਾਂ ਖਾਈ ਜਾ। ਠੀਕ ਹੈ। ਨਾ ਬੱਚਿਆਂ ਨੇ? ਬੱਚਿਆਂ ਵੀ ਤੇ ਮੱਝਾਂ ਵੀ। ਇੱਕ ਮੱਝ ਜਿਹੜੀ ਤੁਹਾਡੀ ਦੁੱਧ ਦੇਣ ਵਾਲੀ ਉਹਨੂੰ ਕਿੰਨਾ ਵੰਡਾ ਪਾ ਸਕਦੇ? ਸਰ ਜੀ ਵੰਡਾ ਤੇ ਧੜੀ ਪਹਾੜੀ ਇਹਨਾਂ ਤੇ ਮੱਝ ਦੁੱਧ ਪਈ ਦਿੰਦੀ ਹੈ ਤੇ ਵੰਡਾ ਜਿੰਨਾ ਮਰਜ਼ੀ ਪਾ ਲਓ, ਜਾਏ ਬਹੁਤਾ ਵੀ ਨਹੀਂ ਚੰਗਾ ਤੇ ਥੋੜਾ ਵੀ ਨਹੀਂ ਚੰਗਾ ਤੇ ਜਿੰਨਾ ਕੁ ਸਾਂਭ ਸਕੇ ਨਾ ਪਚਾਏ ਉਹਨਾਂ ਹੀ ਪਾਣਾ ਚਾਹੀਦਾ। ਤੁਹਾਡੇ ਖਿਆਲ ਚ ਕਿੰਨਾ ਕੁ ਸਹੀ ਰਹਿੰਦਾ? 5 ਕਿਲੋ ਵੰਡਾ ਮੱਝ ਨੂੰ ਹੋਣਾ ਚਾਹੀਦਾ। ਹੋਣਾ ਚਾਹੀਦਾ। ਹੋਣਾ ਸਵੇਰ ਸ਼ਾਮ ਤੇ ਲੱਗ ਜਾਂ ਇੱਕ ਟਾਈਮ? ਨਹੀਂ 2.5 ਕਿਲੋ। 2.5 ਕਿਲੋ? ਹਾਂਜੀ। ਇਸ ਤੋਂ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ? ਇਸ ਤੋਂ ਜ਼ਿਆਦਾ ਵੀ ਨਹੀਂ ਪਚਾਉਂਦੀ। ਚਾਚਾ ਤੁਹਾਡੀਆਂ ਮੱਝਾਂ ਮਾਸ਼ਾਅੱਲਾ ਗਾਂ ਤੁਹਾਡੀ ਵੀਡੀਓ ਚ ਆਈ ਹੈ ਔਰ ਮੱਝ ਵੀ ਜਿਹੜੀ ਤੁਸੀਂ ਵਿਖਾਈ ਸੀ ਵੀ ਕਿੰਨਾ ਕਿਲੋ ਜ਼ਿਆਦਾ ਦੁੱਧ ਦਿਹਾੜਦੀ? ਮੇਰੀ ਉਹ ਮੱਝ ਨਾ ਤੀਸਰਾ ਸੂਆ ਮੇਰੇ ਕੋਲ ਸੂਈ ਹੈ ਤੇ ਮੈਂ 25 ਤੋਂ 26 25 26 27 ਤੇ 27 ਸਿੱਧਾ ਗਈ। ਠੀਕ ਹੈ। ਹਾਂ ਤੇ ਲੇਕਿਨ ਇਹ ਹੁਣ ਇਹਨਾਂ ਦਿਨਾਂ 'ਚ ਗਰਮੀ ਪੈਂਦੀ, ਇਹਨਾਂ ਦਿਨਾਂ 'ਚ ਵੀ ਉਹਦੇ ਕੋਲ ਪੱਠੇ ਹੋਣ ਨਾ ਛਟਾਲੇ ਦੇ ਤੇ ਫਿਰ ਹੋਰ ਦੇ ਜ਼ਿਆਦਾ ਦੁੱਧ ਹੋ ਜਾਂਦਾ। ਅੱਜ ਕੱਲ੍ਹ ਪੱਠੇ ਘੱਟ ਨੇ, ਹੁਣ ਵੀ ਸਾਡੀ ਮਹੀਂ ਥੱਲੇ 24-25 ਕਿਲੋ ਦੁੱਧ ਤੇ ਗਾਈਆਂ ਸਾਡੀਆਂ ਜਿਹੜੀਆਂ ਨੇ ਉਹਨਾਂ ਥੱਲੇ 20-20 ਕਿਲੋ ਦੁੱਧ ਚੋਣਾ ਬਕਾਇਆ ਹਾਂ ਬੱਚਿਆਂ ਨੂੰ ਪਿਆ ਦੇ।
ਜਿਹੜੀ ਗਾਂ ਨੂੰ ਕੜਾ ਚਾੜਿਆ ਹਜੇ ਉਹ ਕਾਦੇ ਵਾਸਤੇ ਚਾੜਿਆ ਸੀ? ਉਹ ਕੜਾ ਇਸ ਵਾਸਤੇ ਚਾੜਿਆ, ਉਹ ਲਿਬਾਸ ਕਰਦੀ ਬਹੁਤਾ ਤੇ ਉਹ ਨਾ ਦੁੱਧ ਵਗਦਾ ਤੇ ਉਹਨੂੰ ਜਲੂਣ ਹੁੰਦੀ, ਉਹ ਮੂੰਹ ਮਾਰਦੀ ਕਿਤੇ ਉਹਨੂੰ ਸਵਾਦੀ ਨਾ ਪੈ ਜੇ ਚੁੰਗਣ ਦੀ, ਉਹ ਹਾਂ ਕੜਾ ਚਾੜ ਛੜਿਆ। ਉਹ ਗਾਂ ਦੀ ਕੀ ਐਵਰੇਜ ਰੋਜ਼ਾਨਾ ਦੀ? ਐਵਰੇਜ ਉਹਦੀ ਹੈ ਮੇਰਾ ਹੁੰਦਾ ਕੋਈ ਤਰੀਕ ਸਿਰ ਦੁੱਧ। ਮਾਸ਼ਾਅੱਲਾ ਜਾਨਵਰ ਸਾਰੇ ਹੀ ਬੜੇ ਸਿਹਤਮੰਦ ਨੇ। ਹਾਂਜੀ। ਕੀ ਤੁਸੀਂ ਇਹਨਾਂ 'ਚ ਖਾਸ ਗੌਰ ਕਰਦੇ ਹੋ ਕਿ ਜਾਨਵਰ ਏਡੇ ਸਿਹਤਮੰਦ ਨੇ? ਕੀ ਇਹਨਾਂ ਦੀ ਰੂਟੀਨ ਕੀ ਰੱਖੀ ਸਾਰੇ ਦਿਨ ਸੁਬਾਹ ਲੈ ਕੇ ਸ਼ਾਮ ਤੱਕ ਦੀ? ਸਰ ਜੀ ਅਸਾਂ ਜੀ ਆਪੀ ਭਾਵੇਂ ਭੁੱਖੇ ਰਹਿ ਲਈਏ ਨਾ, ਵੇਲਾ ਕਵੇਲਾ ਵੀ ਹੋਈਏ ਰੋਟੀ ਦਾ, ਅਸਾਂ ਡੰਗਰਾਂ ਨੂੰ ਪਹਿਲਾਂ ਰਜਾਣਾ ਤੇ ਫਿਰ ਆਪੀ ਖਾਣਾ। ਅੱਛਾ ਤੇ ਪੱਠੇ ਹਾਂ ਚੰਗੇ ਪਾਣੇ, ਵੰਡਾ ਹਾਂ ਭੁੰਨ ਕੇ ਪਾਣਾ, ਦੋਏ ਵੇਲੇ ਹਾਂ ਵੰਡਾ ਪਾਣਾ 100 ਕਿਲੋ, ਹਾਂ ਸਵੇਰੇ ਪਾਣਾ 100 ਕਿਲੋ ਸ਼ਾਮ ਨੂੰ ਪਾਣਾ ਭੇਕ। ਠੀਕ ਹੈ। ਅੱਛਾ ਤੇ ਜੇ ਕੋਈ ਥੋੜੀ ਬਹੁਤੀ ਕਸਰ ਰਹਿ ਜਾਏ ਨਾ ਤੇ ਪਹਿਲਾਂ ਵੰਡਾ ਨਹੀਂ ਪਾਈਦਾ, ਉਹ ਜਿਹੜਾ ਡੰਗਰ ਰੱਜਿਆ ਵੀ ਹੋਏ ਉਹਨੂੰ ਵੰਡਾ ਲੱਭੇ ਹੋਰ ਰੱਜ ਜਾਂਦਾ, ਉਹ ਹੋਰ ਕਾਇਮ ਹੋ ਜਾਂਦਾ। ਠੀਕ ਹੈ। ਹਾਂ ਤੇ ਲੇਕਿਨ ਇਹਨਾਂ 'ਚ ਫਾਇਦਾ ਬਹੁਤ ਹੈ ਜੇ ਕੋਈ ਕਰੇ। 100 ਕਿਲੋ ਵੰਡਾ ਕਿੰਨੇ ਜਾਨਵਰਾਂ ਨੂੰ ਦਿੰਦੇ ਹੋ ਤੁਸੀਂ? ਅਸੀਂ ਦਿੰਦੇ ਜੇ ਬਾਈਆਂ ਡੰਗਰਾਂ। ਪਾਈਆਂ ਡੰਗਰਾਂ ਨੂੰ 100 ਕਿਲੋ? ਹਾਂਜੀ। 100 ਕਿਲੋ ਉਸ ਵੇਲੇ? ਹਾਂਜੀ। ਤੇ ਪੱਠੇ ਕਿੰਨੇ ਇਸ ਤੋਂ ਇਲਾਵਾ ਦਿੰਦੇ ਹੋ? ਪੱਠੇ ਜਿੰਨੇ ਖਾ ਲੈਣ, ਟਰਾਲੀ ਤੇ ਹਾਂ ਪੱਠੇ ਲਿਆਉਣੇ ਨੇ ਜਿੰਨੇ ਖਾ ਲੈਣ, ਚਰਾਈ? ਚਰਾਈ ਵੀ ਸਾਰਾ ਦੇਣ। ਖਾਣ ਪੀਣ ਦਾ ਵੰਡੇ ਦਾ ਜਾਨਵਰ ਤੇ ਕਿੰਨਾ ਖਰਚਾ ਆ ਜਾਂਦਾ? ਖਰਚਾ ਬੇਭਾ ਆ ਜਾਂਦਾ, ਲੇਕਿਨ ਹਾਂ ਕਦੀ ਔਸਤ ਨਹੀਂ ਕੱਢੀ, ਲੇਕਿਨ ਇਹ ਵੀ ਦੁੱਧ ਦਾ ਹਿਸਾਬ ਹੈ, ਜਿੰਨਾ ਦੁੱਧ ਜ਼ਿਆਦਾ ਦੇਣ ਦੀ ਉਹਨਾਂ ਹੀ ਵਿੱਚ ਉਹਨਾਂ ਨੂੰ ਪਾ ਲੈਨੇ, ਆਪਣੀ ਬਚਤ ਵੀ ਆ ਜਾਂਦੀ। ਇਸ ਵੇਲੇ ਸਾਡੀ ਰੁਟੀਨ ਹੈ ਕੋਈ 20,000 ਦਾ ਦੁੱਧ ਤੇ ਜੇ 10 ਉਹ ਖਾ ਲੈਣ ਤੇ 10 ਸਾਨੂੰ ਬਚ ਜਾਂਦਾ। ਠੀਕ ਹੈ, ਯਾਨੀ 50-50 ਬਚਤ ਹੁੰਦੀ? ਹਾਂ ਬਚਾ ਲਈਦਾ, ਕਿਉਂਕਿ ਮਿਹਨਤ ਕਰਨੀ ਪੈਂਦੀ, ਬਾਹਰ ਚਰਾਈ ਕਰਾ ਲਈਏ ਤੇ ਹੋਰ ਸਾਨੂੰ ਪੈਸੇ ਬਚ ਜਾਂਦੇ ਨੇ। ਸੂਏ ਡੰਗਰ ਕਿੰਨੇ? ਸਾਡੇ ਬਹੁਤੇ ਸੂਏ ਨੇ, 1-2 ਸੂਣ ਵਾਲਾ, ਬਕਾਇਆ ਸਾਰੀਆਂ ਸੂਈਆਂ। 20,000 ਦਾ ਰੋਜ਼ਾਨਾ ਦੁੱਧ ਸੇਲ ਹੁੰਦਾ? ਹਾਂਜੀ। ਠੀਕ ਹੈ। ਅੱਛਾ, ਜਿਹੜੀ ਜਗ੍ਹਾ ਤੋਂ ਤੁਸੀਂ ਚਾਰਾ ਲਿਆਂਦੇ ਹੋ ਸਬਜ਼ ਚਾਰਾ, ਉਹ ਜਗ੍ਹਾ ਆਪਣੀ ਤੇ ਨਹੀਂ ਮੁੱਲ ਲਈਦਾ, ਮੁੱਲ ਲੈ ਕੇ ਵੀ ਠੇਕੇ ਤੇ ਪੈਲੀ ਲੈ ਕੇ ਬੀਜੇ ਨੇ, ਠੇਕੇ ਤੇ। ਅੱਛਾ। ਪੈਲੀ ਸਾਡੀ ਥੋੜੀ ਹੈ, 3 ਕਿੱਲੇ ਹੀ ਹੈ, ਬਕਾਇਆ ਅਸਾਂ ਠੇਕੇ ਤੇ ਪੈਲੀ 20 ਕਿੱਲੇ ਲਈ, ਉਹਨਾਂ 'ਚ ਪੱਠੇ ਛੱਠੇ ਬੀਜ ਲਈ ਗਏ। ਅੱਛਾ ਚਾਚਾ ਜੀ, ਇਹ ਦੱਸਿਓ ਕਿ ਕਿੰਨੇ ਬੰਦੇ ਤੁਸੀਂ ਇਹਨਾਂ ਡੰਗਰਾਂ ਨੂੰ ਸੰਭਾਲਦੇ ਹੋ? ਅਸੀਂ 4 ਬੰਦੇ ਜੀ। 4 ਬੰਦੇ, ਕੋਈ ਮਜ਼ਦੂਰ ਦੇ ਨਹੀਂ ਤੁਸੀਂ ਰੱਖਿਆ? ਇੱਕ ਰੱਖਿਆ, ਉਹਦਾ ਕਿੰਨਾ ਖਰਚਾ ਹੈ? ਉਹਨੂੰ ਅਸੀਂ ਦਿੰਦੇ ਨੇ 12,000 ਰੁਪਏ। ਤੇ ਰੋਟੀ ਵੀ ਆਹਾਂ ਦੇਣੀ, ਖਰਚਾ ਵੀ ਰੋਜ਼ ਆਹਾਂ ਦੇਣਾ ਤੇ ਜੁੱਤੀ ਕੱਪੜੇ ਵੀ ਲੈ ਕੇ ਦੇਣੇ ਨੇ। ਉਹ ਫਿਰ 20,000 ਚ ਪੈ ਜਾਂਦਾ ਤੁਹਾਨੂੰ ਮਹੀਨੇ ਦਾ? ਬਹੁਤਾ ਚ ਪੈ ਜਾਂਦਾ। ਬਹੁਤੇ ਚ ਪੈ ਜਾਂਦਾ। ਹਾਂਜੀ। ਤੇ ਤੁਸੀਂ ਮਾਸ਼ਾਅੱਲਾ ਆਪੀ ਵੀ ਨਾਲ, ਤੁਹਾਡੇ ਬੱਚੇ ਵੀ ਨੇ, ਤੇ ਉਹਨੂੰ ਤੁਸੀਂ ਕਿਉਂ ਰੱਖਿਆ? ਉਹ ਨਹੀਂ ਨਾ ਕੰਮ ਚੱਲਦਾ, ਡੰਗਰ ਜ਼ਿਆਦਾ ਨੇ, ਲੇਕਿਨ ਇਹ ਕੋਈ ਵੀ ਡੰਗਰ ਬਿਮਾਰ ਹੋਈਏ ਕਿ ਅਸੀਂ ਆਪੇ ਇਲਾਜ ਕਰਨੇ ਆ। ਹਾਂ ਮੈਂ ਆਪੇ ਜਾਣਨਾ, ਟੀਕੇ ਛੀਕੇ ਲਿਆ ਕੇ ਲਾ ਲਈ ਤੇ ਕੋਈ ਰੱਬ ਦੀ ਕਰਮ ਨਾਜ਼ੀ ਹੋ ਜਾਂਦੀ ਹੈ, ਲੇਕਿਨ ਇਹ ਡਾਕਟਰ ਸਾਡੇ ਸਰਕਾਰੀ ਕੋਈ ਨਹੀਂ ਆਉਂਦਾ। ਠੀਕ। ਹਾਂਜੀ। ਅੱਛਾ ਇਹ ਗੱਲ ਦੱਸਿਓ ਕਿ ਜਿਹੜੇ ਬੰਦੇ ਇਹ ਕਾਰੋਬਾਰ ਕਰਨਾ ਚਾਹੁੰਦੇ ਨੇ, ਹਾਂਜੀ, ਉਹ ਕਿੱਥੋਂ ਸ਼ੁਰੂ ਕਰਨ? 2 ਮੱਝਾਂ ਤੋਂ ਕਰਨ, 5 ਤੋਂ ਕਰਨ, 10 ਤੋਂ ਕਰਨ? ਸਰ ਜੀ ਉਹ ਤੇ ਆਪਣੇ ਪੁੱਜਦਾ, ਉਹ ਉਹਨਾਂ ਨੂੰ ਪੁੱਜ ਹੁੰਦਾ ਤੇ 10 ਤੂੰ ਕਰ ਲੈਣ, ਥੋੜੇ ਤੂੰ ਕਰਨਾ ਤੇ ਪਹਿਲਾਂ ਟਰਾਈ ਕਰ ਲੈਣ। ਉਂਝ ਹੈ ਥੋੜੇ ਤੂੰ ਬਚਤ ਘੱਟ ਹੈ, ਬਹੁਤਾ ਹੋਏਦਾ ਫਿਰ ਬਚਤ ਜ਼ਿਆਦਾ ਹੈ, ਉਹਦੇ ਖਰਚੇ ਵੀ ਜ਼ਿਆਦਾ ਨੇ ਤੇ ਬਚਤ ਵੀ ਜ਼ਿਆਦਾ। ਤੂੰ ਅਗਾਂ ਨੂੰ ਜਾਇਦਾ ਤੂੰ ਬਚਤ ਲਏਦਾ, ਤੇ ਜੇ ਉਹ ਆਖੇ ਮੈਂ 5 ਮਈਆਂ ਰੱਖ ਲਾਂ ਤੇ ਉਹਨੇ ਤਾਂ ਉਹਨਾਂ ਤੋਂ ਉਹਨਾਂ ਕੀ ਦੁੱਧ ਦੇਣਾ। ਜੇ 10 ਰੱਖੇ ਤਾਂ ਹੋਰ ਜ਼ਿਆਦਾ ਹੋ ਜਾਂਦੀਆਂ, ਜੇ ਉਹਨੂੰ 5 ਚ 1000 ਰੁਪਈਆ ਬਚਦਾ ਤੇ 10 ਚ 2000 ਬਚੇਦਾ। ਅੱਛਾ, ਕੋਈ ਅਗਰ ਨਵਾਂ ਦੋਸਤ ਹੈ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ, ਹਾਂਜੀ, ਉਹਨੂੰ ਜ਼ਿਆਦਾ ਪੈਸੇ ਆਪਣੇ ਸ਼ੈੱਡ ਯਾਨੀ ਕਿ ਢਾਰੇ ਵਗੈਰਾ ਬਣਾਉਣ ਚ ਲਾਣੇ ਚਾਹੀਦੇ ਨੇ ਜਾਂ ਜਾਨਵਰਾਂ ਦੀ ਅੱਛੀ ਕਿਸਮ ਲੈਣ ਚ ਜ਼ਿਆਦਾ ਪੈਸੇ? ਨਹੀਂ ਬਹੁਤਾ ਮਸਨ ਹੈ, ਉਹ ਸ਼ੈੱਡ ਚੰਗੇ ਬਣਾਏ ਦਾ ਤੇ ਜਾਨਵਰ ਹੀ ਭੈੜੇ ਲਏਦਾ ਤੇ ਸ਼ੈੱਡਾਂ ਨੂੰ ਕੀ ਕਰਨਾ। ਸ਼ੈੱਡ ਤੇ ਮਸਨ ਹੈ, ਛੱਪਰੇ ਲਾ ਕੇ ਵੀ ਗੁਜ਼ਾਰਾ ਹੋ ਜਾਂਦਾ, ਚਾਦਰਾਂ ਲਾ ਕੇ ਵੀ, ਲੇਕਿਨ ਇਹ ਡੰਗਰ ਚੰਗੇ ਹੋਣ ਤੇ ਸਾਂਭ ਚੰਗੀ ਹੋਏ। ਡੰਗਰ ਚੰਗੇ ਤੇ ਸਾਂਭ ਚੰਗੀ ਤੇ ਫਾਇਦਾ ਚੰਗਾ ਤੇ ਬਾਅਦ ਸ਼ੈੱਡ ਵੀ ਚੰਗੇ ਬਣਨ। ਸ਼ੈੱਡ ਵੀ ਹੌਲੀ ਹੌਲੀ ਉਹਨਾਂ ਚੋਂ ਬਣਨ, ਤੇ ਜੇ ਪਹਿਲਾਂ ਹੀ ਭਲੇ ਨੂੰ ਬਣਾਉਣੇ ਤੇ ਉਹਨਾਂ ਨੂੰ ਕੀ ਫਾਇਦਾ ਹੋਣਾ। ਬਿਲਕੁਲ, ਬੜੀ ਸੋਹਣੀ ਗੱਲ ਕੀਤੀ ਜੇ। ਉਹਨਾਂ ਚੋਂ ਕਮਾ ਕੇ ਮਜ਼ਾ ਆ ਗਿਆ ਚਾਚਾ। ਅਸੀਂ ਤੁਹਾਨੂੰ ਬੜੀਆਂ ਗੱਲਾਂ ਪੁੱਛੀਆਂ ਨੇ, ਕੋਈ ਐਸੀ ਗੱਲ ਜਿਹੜੀ ਨਹੀਂ ਪੁੱਛੀ ਤੇ ਲੇਕਿਨ ਡੰਗਰ ਪਾਲਣ ਵਾਲਿਆਂ ਵਾਸਤੇ ਜ਼ਰੂਰੀ ਹੈ, ਆਪਣੀ ਤਰਫੋਂ ਦੱਸ ਦਿਓ। ਸਰ ਜੀ ਗੱਲ ਹੈ, ਕੁਛ ਵੀ ਨਾ ਬੰਦਾ ਕਰੇ ਤੇ ਕੱਟੇ ਹੀ ਲੈ ਕੇ ਪਾਲ ਲੈ ਨਾ ਤੇ ਉਹਨਾਂ 'ਚ ਵੀ ਫਾਇਦਾ। ਨਿਰੇ ਹੀ ਕੱਟੇ ਲੈ ਕੇ ਪਾਲੀ ਜਾਏ ਨਾ, ਕੋਣ ਵਾਲਾ ਮਾਲ ਉਹਨਾਂ 'ਚ ਹੀ ਫਾਇਦਾ ਬੇਭਾ। ਹੁਣ ਇੱਥੇ 500 ਰੁਪਏ ਕਿਲੋ ਗੋਸ਼ਤ। ਸਹੀ ਹੈ। ਅੱਛਾ ਤੇ 20,000 ਦਾ ਮਣ ਹੈ। ਠੀਕ ਹੈ। ਅੱਛਾ ਤੇ 2 ਮਣ ਦਾ ਜਾਨਵਰ ਹੋਈਏ ਤਾਂ 40,000 ਦਾ ਬਣ ਗਿਆ। ਮਾਸ਼ਾਅੱਲਾ। ਤੇ ਜਾਨਵਰ ਜਿਹੜੇ ਬੱਚੇ ਲੈ ਕੇ ਪਾਲਨੇ ਉਹਨਾਂ 'ਚ ਹੋਰ ਬਹੁਤਾ ਫਾਇਦਾ। ਪਰ ਇੱਕ ਗੱਲ ਹੈ, ਕੋਈ ਮਜੂ ਹੋਏ ਉਹਨਾਂ ਨੂੰ ਬੰਦਾ ਪਿਆ, ਫਿਰ 1-2 ਬੰਦਾ ਨਾਲ ਲੱਗ ਕੇ ਫੇਰ ਲੈਣ, ਪੱਠੇ ਛੱਠੇ ਪਾਲਾਂ ਵਿੱਚ ਲੈਰੀਆਂ ਵੀ ਹੋਣ, ਨਿਰਾ ਉਹਨਾਂ ਨੂੰ ਫੇਰ ਕੇ ਤੇ ਘਰ ਦਾ ਖਰਚ ਕਿੱਥੋਂ ਟੋਰਨਾ। ਠੀਕ ਹੈ। ਵਿੱਚ ਲੈਰੀਆਂ ਪਾਣ, ਦੁੱਧ ਵੀ ਵੇਚਣ ਤੇ ਬੱਚੇ ਵੀ ਪਾਣ, ਨਾਲ ਬੱਚੇ ਵੀ ਰਲਣ। ਹੁਣ ਮੈਂ 5 ਲੱਖ ਦੇ ਜਾ ਵੇਚੇ ਨੇ ਐਤਕੀ। ਮਾਸ਼ਾਅੱਲਾ। ਤੇ ਮੈਂ ਦਿਹਾੜੇ ਤੇ ਵੀ ਦਿੱਤੇ ਨੇ 13-14। ਠੀਕ ਹੈ। ਉਹ ਆਦਤ ਤੇ ਦਿੱਤੇ ਨੇ, ਉਹ ਵੀ ਝੋਟੀਆਂ ਬਣੀਆਂ ਨੇ ਤੇ ਸਾਡੇ ਕੋਲ ਵੀ ਤੁਸੀਂ ਵੇਖੇ ਨੇ। ਸੋਹਣੇ ਜਾਨਵਰ ਨੇ ਤੁਹਾਡੇ। ਪਰ ਅਸਾਂ ਵਾੜੇ 'ਚ ਬੰਨਣੇ ਨੇ, ਬੰਨਣੇ ਨਹੀਂ ਜਾਂ ਵਾੜੇ ਬਣਾਏ। ਜ਼ਬਰਦਸਤ ਜ਼ਬਰਦਸਤ। ਛੋਟਿਆਂ ਜਾਂ ਦਾ ਵਾੜਾ ਬਣਾਇਆ, ਵੱਡੇ ਬੰਨਣੇ।
ਚਾਚਾ ਕਈ ਲੋਕਾਂ ਨੇ ਮਰ ਜਾਂਦੇ ਨੇ, ਤੁਸੀਂ ਦੱਸਿਆ ਕਿ ਤੁਸੀਂ 5 ਲੱਖ ਦੇ ਵੇਚ ਵੀ ਲਏ ਨੇ, 14 ਦਿਹਾੜੇ ਤੇ ਵੀ ਦਿੱਤੇ ਨੇ, ਜਿਹੜੇ ਖਲੋਤੇ ਨੇ ਉਹ ਵੀ ਸਿਹਤਮੰਦ ਨੇ, ਉਹ ਸਰ ਕੀ ਜੀ ਵੱਖਰਾ ਕਰਦੇ ਹੋ? ਅਸੀਂ ਉਹਨਾਂ ਨੂੰ ਦੁੱਧ ਪਿਆਲਨੇ, ਲੋਕ ਦੁੱਧ ਨਹੀਂ ਪਿਆਲਦੇ, ਤੁਸੀਂ ਇਹ ਮਿਹਨਤ ਗੱਲ ਨਹੀਂ ਦੱਸੋ ਕਰਦੇ। ਹਾਂ ਕਿ ਦੁੱਧ ਪਿਆ ਕੇ ਉਹਨਾਂ ਨੂੰ ਸਿਹਤਮੰਦ ਕਰਨ 'ਚ ਫਾਇਦਾ ਹੈ ਜਾਂ ਉਹਨਾਂ ਨੂੰ ਦੁੱਧ ਨਾ ਪਿਆ ਕੇ ਮਰਵਾਉਣ 'ਚ ਫਾਇਦਾ ਹੈ? ਸਰ ਜੀ ਉਂਝ ਤੇ ਫਿਰ ਹੁਣ ਜਿਹੜਾ ਮੱਝ ਸੁੰਦੀ ਹੈ ਤੇ ਲੋਕ 5 ਦਿਨਾਂ ਦਾ 4 ਦਿਨਾਂ ਦਾ 500 ਦਾ 2000 ਦਾ ਵੇਚ ਛੱਡਦੇ ਨੇ, ਉਹ ਜ਼ੁਲਮ ਹੈ। ਜ਼ੁਲਮ ਹੈ। ਉਹ ਰੱਬ ਨਹੀਂ ਆ, ਉਹ ਤਾਂ ਉਂਝ ਹੀ ਘੱਟ ਹੈ, ਠੀਕ ਹੈ। ਉਹ ਉਂਝ ਹੀ ਘਾਟੇ ਚ ਪਹਿਲਾਂ ਕਿਉਂ ਉਹਨੇ ਜ਼ੁਲਮ ਪਹਿਲਾਂ ਹੀ ਕਰ ਲੈਣਾ। ਤੇ ਮੱਝ ਦਾ ਜਾ ਜਦੋਂ ਵੇਚ ਛੱਡਣਾ ਨਾ, ਮੱਝ ਕੁਦਰਤ ਲਈ ਦੁੱਧ ਉਹਨਾਂ ਕਟਾਈ ਜਾਂਦੀ ਬੜੀ ਗੱਲ। ਆਈ ਜੇ ਸਮਝ। ਤੇ ਜੇ ਤੇ ਉਹੀ ਗੱਲ ਜਾ ਨੂੰ ਨਾ ਪਿਆਲਾਂ ਤੇ ਮਰ ਜਾਣਾ ਤੇ ਰੱਬ ਦੇ ਬਸ। ਬੜੀ ਸੋਹਣੀ ਗੱਲ ਕੀਤੀ ਜੇ ਕਿ ਜਾਨਵਰ ਨੂੰ ਅਗਰ ਤੁਸੀਂ ਮਾਰ ਲੈਣਾ ਹੈ ਤੇ ਹਾਂਜੀ। ਜਾਨਵਰ ਨੇ ਗਾਮ ਨਾਲ ਦੁੱਧ ਉਂਝ ਹੀ ਘਟਾ ਜਾਣਾ, ਨਹੀਂ ਰੱਬ ਨੂੰ ਹੀ ਘਟ ਜਾ। ਰੱਬ ਨੂੰ ਹੀ ਘਟ ਜਾਣਾ। ਤੇ ਮੈਂ ਚਾਚੇ ਦੀ ਗੱਲ ਨਾਲ ਇਹਨੂੰ ਇਜ਼ਾਫਾ ਕਰਾਂਗਾ ਕਿ ਇਸ ਗੱਲ ਨੂੰ ਨੋਟ ਕਰੋ ਕਿ ਜਾਨਵਰ ਨਾ ਮਾਰੋ, ਜਾ ਜਾਨਵਰਾਂ ਪਾਲ ਦੇ ਬੱਚਿਆਂ ਦੇ ਖਿਆਲ ਰੱਖੋ, ਹਾਂਜੀ। ਪਾਲੋ, ਉਹਨਾਂ ਨੂੰ ਸੇਲ ਕਰਕੇ ਫਾਇਦਾ ਲਵੋ, ਫਾਇਦਾ ਬਜਾਏ ਲਵੋ। ਉਹਨਾਂ ਦੇ ਦੁੱਧ ਵੇਚ ਕੇ ਤੁਸੀਂ ਫਾਇਦਾ ਲੈਣ ਦੇ, ਬੱਚਿਆਂ ਨੂੰ ਸੇਲ ਕਰਕੇ ਫਾਇਦਾ ਲਵੋ। ਹਾਂਜੀ ਹਾਂਜੀ ਚਾਚਾ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੁਫ਼ਤਗੂ ਕਰਕੇ। ਅਗਰ ਕਿਸੇ ਬੰਦੇ ਨੇ ਤੁਹਾਡੇ ਨਾਲ ਕੋਈ ਰਹਿਨਮਾਈ ਲੈਣ ਵਾਸਤੇ ਗੱਲ ਕਰਨੀ ਹੋਏ ਜਾਂ ਤੁਹਾਡੇ ਕੋਲ ਜਾਨਵਰ ਖਰੀਦਣਾ ਚਾਹੇ, ਕਿਆ ਰਾਬਤਾ ਕਰ ਸਕਦਾ ਹੈ? ਬਿਲਕੁਲ ਸਾਡਾ ਮੇਰਾ ਨੰਬਰ ਲੈ ਜਾਓ ਜਨਾਬ, ਜਿਹਨੂੰ ਮਰਜ਼ੀ ਮੇਰੇ ਕੋਲ ਮਸ਼ਵਰਾ ਲੈਣਾ ਆਣ ਕੇ ਲੈ ਲੈ। ਫੋਨ ਨੰਬਰ ਬੋਲ ਛੜਿਓ 0341 ਜੀ 678 ਜੀ 2029। 0341 678 2029। ਹਾਂਜੀ ਬਿਲकुल। ਜ਼ਬਰਦस्त, ਜ਼ਿੰਦਾਬਾਦ ਚਾਚਾ, ਬਹੁਤ ਸ਼ੁਕਰੀਆ, अस्सलाम वालेकुम।